ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਕਾਰ ਸੇਵਾ ਵਾਲੇ ਮਹਾਂਪੁਰਖ ਜਿਵੇਂ ਸੰਗਤ ਦੀ ਰਿਹਾਇਸ਼ ਵਾਸਤੇ, ਸੰਗਤ ਦੀਆਂ ਸੁੱਖ ਸਹੂਲਤਾਂ ਵਾਸਤੇ ਨਵੀਆਂ ਤੋਂ ਨਵੀਆਂ ਬੜੀਆਂ ਸੁੰਦਰ ਬਿਲਡਿੰਗਾਂ ਤਿਆਰ ਕਰਦੇ ਆ ਅਤੇ ਇਹਨਾਂ ਬਿਲਡਿੰਗਾਂ ਦੀਆਂ ਨੀਹਾਂ ਬੜੀਆਂ ਡੂੰਘੀਆਂ ਰੱਖਦੇ ਆ ਤਾਂ ਜੋ ਇਹ ਬਿਲਡਿੰਗਾਂ ਦੀ ਜਿਹੜੀ ਮਿਆਦ ਹੈਗੀ ਉਹ ਕਾਫੀ ਲੰਮਾ ਸਮਾਂ ਚੱਲ ਸਕੇ। ਔਰ ਇਸੇ ਤਰ੍ਹਾਂ ਇਹਨਾਂ ਕਾਰ ਸੇਵਾ ਵਿੱਚ ਬਣ ਰਹੀਆਂ ਬਿਲਡਿੰਗਾਂ ਦੇ ਨਾਲ ਮਹਾਂਪੁਰਖਾਂ ਦੇ ਅੰਦਰ ਇੱਕ ਹੋਰ ਚਿੰਤਾ ਵੀ ਹੁੰਦੀ ਹੈ, ਜਿਸ ਦੀ ਡਿਊਟੀ ਵੀ ਕਾਰ ਸੇਵਾ ਵਾਲੇ ਮਹਾਂਪੁਰਖ ਜਿਹੜੇ ਆ ਉਹ ਪਹਿਲ ਦੇ ਆਧਾਰ 'ਤੇ ਕਰਦੇ ਆ। ਉਹ ਕਰਦੇ ਆ ਕਿ ਸਿੱਖੀ ਦਾ ਮਹਿਲ ਇਹ ਵੀ ਨਾਲ ਮਜ਼ਬੂਤ ਹੋਣਾ ਚਾਹੀਦਾ ਹੈਗਾ। ਦੇਖੋ, ਅਗਰ ਸੰਗਤਾਂ ਦੀ ਰਿਹਾਇਸ਼ ਵਾਸਤੇ ਸੁੰਦਰ ਬਿਲਡਿੰਗਾਂ ਵੀ ਬਣ ਗਈਆਂ ਹੈ, ਲੇਕਿਨ ਅਗਰ ਉਹਨਾਂ ਬਿਲਡਿੰਗਾਂ ਦੇ ਵਿੱਚ ਰਹਿਣ ਵਾਲੇ ਸਿੱਖ ਹੀ ਨਾ ਹੋਣਗੇ ਤਾਂ ਫਿਰ ਦੇਖੋ ਬਿਲਡਿੰਗਾਂ ਜਿਹੜੀਆਂ ਹੈਗੀਆਂ ਉਹ ਕੀ ਅਰਥ ਰੱਖਦੀਆਂ। ਇਸ ਕਰਕੇ ਮਹਾਂਪੁਰਖ ਦੱਸਦੇ ਆ ਕਿ ਭਾਈ, ਜਿੱਥੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਇੰਨਾ ਧਨ ਦੌਲਤ ਪੈਸਾ ਜਾਂ ਨਵੀਆਂ ਸਹੂਲਤਾਂ ਵਾਸਤੇ ਕਾਰ ਸੇਵਾ ਵਾਲੇ ਮਹਾਂਪੁਰਖ ਜਿਹੜੇ ਆ ਉਹ ਕਾਫੀ ਹੰਬਲਾ ਮਾਰਦੇ ਆ, ਪਰ ਉਹਨਾਂ ਨੂੰ ਇਹ ਵੀ ਚਿੰਤਾ ਜਿਹੜੀ ਆ ਉਹ ਸਤਾ ਰਹੀ ਆ ਕਿ ਅਗਰ ਇਹਨਾਂ ਬਿਲਡਿੰਗਾਂ ਦੇ ਅੰਦਰ ਕਾਰ ਸੇਵਾ ਵਾਲੇ ਸੇਵਾਦਾਰ ਹੀ ਸਾਨੂੰ ਨਹੀਂ ਮਿਲਣਗੇ ਤਾਂ ਫਿਰ ਇਹ ਜਿਹੜੇ ਕਾਰਜ ਹੈਗੇ ਇਹਨਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਰੰਭੇ ਹੋ ਕਿਵੇਂ ਸੰਪੂਰਨ ਹੋਣਗੇ। ਸੋ ਇਹਦਾ ਜਿਹੜਾ ਇੱਕ ਕਾਰਨ ਹੈਗਾ ਨਾ, ਉਹ ਕਾਰਨ ਹੈਗਾ ਕਿ ਸਾਡੇ ਸਿੱਖ ਸਮਾਜ ਦੇ ਅੰਦਰ, ਗੁਰਸਿੱਖਾਂ ਦੇ ਅੰਦਰ ਇਹ ਜਿਹੜੀ ਜਨਰੇਸ਼ਨ ਆਉਣ ਵਾਲੀ ਬੱਚਿਆਂ ਦੀ ਹੈਗੀ ਉਹ ਬੜੀ ਘੱਟ ਹੈਗੀ ਆ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਇੱਕ ਘਰ ਦੇ ਵਿੱਚ ਪਰਿਵਾਰਾਂ ਦੇ ਜੀਅ ਜਿਹੜੇ ਸੀਗੇ ਉਹ ਜ਼ਿਆਦਾ ਹੁੰਦੇ ਸੀਗੇ ਅਤੇ ਜਿਸ ਕਰਕੇ ਇਹ ਪਰਿਵਾਰਾਂ ਦੇ ਅੰਦਰ ਜਿਹੜੇ ਰਿਸ਼ਤੇਦਾਰੀਆਂ ਸੀਗੀਆਂ, ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਆਦਿ ਵਗੈਰਾ, ਇਹ ਬਹੁਤ ਹੁੰਦੀਆਂ ਸੀ। ਪਰ ਹੁਣ ਕੀ ਆ ਕਿ ਇੱਕ ਪਰਿਵਾਰ ਦੇ ਵਿੱਚ ਤਕਰੀਬਨ ਜ਼ਿਆਦਾਤਰ ਇੱਕ ਭੁਜੰਗੀ ਹੈਗਾ। ਹੁਣ ਇੱਕ ਭੁਜੰਗੀ ਆ ਅਤੇ ਫਿਰ ਦੇਖੋ ਨਾ ਤਾਂ ਉਹਦਾ ਕੋਈ ਤਾਇਆ ਹੈ, ਨਾ ਚਾਚਾ ਹੈ, ਨਾ ਕੋਈ ਭਰਾ ਹੈ, ਨਾ ਭੈਣ ਹੈ, ਅਤੇ ਫਿਰ ਇਹ ਰਿਸ਼ਤੇਦਾਰੀਆਂ ਜਿਹੜੀਆਂ ਹੈਗੀਆਂ ਦਿਨੋਂ ਦਿਨ ਘੱਟ ਰਹੀਆਂ ਹੈ, ਜਾਂ ਇੱਕ ਜਾਂ ਦੋ ਹੈਗਾ। ਲੇਕਿਨ ਗੱਲ ਇਹ ਹੈਗੀ ਆ ਕਿ ਅਗਰ ਇਸੇ ਤਰ੍ਹਾਂ ਸਿੱਖਾਂ ਦੀ ਨਾਲ ਜਨਰੇਸ਼ਨ ਜਿਹੜੀ ਆ ਦਿਨੋਂ ਦਿਨ ਘੱਟ ਹੋਊਗੀ ਤਾਂ ਫਿਰ ਭਾਈ ਸਿੱਖੀ ਦੇ ਜਿੰਨੇ ਵੀ ਜਿਹੜੇ ਹੋਰ ਕਾਰਜ ਹੈਗੇ ਆ ਉਹ ਫਿਰ ਹੋਰ ਬਾਹਰੋਂ ਸਿੱਖ ਕੌਣ ਕਰਨਗੇ। ਸੋ ਇਹ ਵੀ ਇੱਕ ਬੜਾ ਜਿਹੜਾ ਗੰਭੀਰ ਵਿਸ਼ਾ ਹੈਗਾ, ਜਿਸ ਨੂੰ ਕਾਰ ਸੇਵਾ ਵਾਲੇ ਮਹਾਂਪੁਰਖ ਜਿਹੜੇ ਆ ਉਹ ਵੀ ਇਸ ਗੰਭੀਰ ਵਿਸ਼ਿਆਂ ਦੇ ਉੱਤੇ ਸੰਗਤਾਂ ਨੂੰ ਸਮੇਂ 'ਤੇ ਸੁਚੇਤ ਕਰਦੇ ਰਹਿੰਦੇ ਆ। ਸੋ ਅੱਜ ਦਾ ਸੰਤ ਮਹਾਂਪੁਰਖ ਬਾਬਾ ਈਸ਼ਾ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਲੰਗਰ ਹਾਲ ਵਾਲੇ, ਉਹਨਾਂ ਦੇ ਜੀਵਨ ਦੀਆਂ ਕੁਛ ਕੁ ਘਟਨਾਵਾਂ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਧੰਨ ਸੰਤ ਮਹਾਂਪੁਰਖ ਬਾਬਾ ਈਸ਼ਾ ਸਿੰਘ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਹੈਗਾ ਉਹ ਸੇਵਾ ਦੇ ਵਿੱਚ ਸੁਪੁਰਦ ਕੀਤਾ ਹੋਇਆ ਹੈ, ਆਪਣਾ ਤਨ ਮਨ ਧਨ ਗੁਰੂ ਦੇ ਪ੍ਰਤੀ ਪੂਰਨ ਸਮਰਪਿਤ ਹੈਗਾ। ਇੱਕ ਵਾਰ ਉਹ ਦੱਸਦੇ ਸੀਗੇ ਕਿ ਇੱਕ ਵਾਰ ਇੱਕ ਸੰਗਤ ਦੇ ਵਿੱਚ ਕਹਿੰਦੇ ਸਾਡੇ ਨਾਲ ਇੱਕ ਪ੍ਰੇਮੀ ਜਿਹੜਾ ਸੀਗਾ ਉਹ ਸੇਵਾ ਕਰਦਾ ਹੁੰਦਾ ਸੀ, ਪਰ ਜਿਨ੍ਹਾਂ ਟਾਈਮਾਂ ਦੇ ਵਿੱਚ ਪ੍ਰੇਮੀ ਸੇਵਾ ਕਰਦਾ ਹੁੰਦਾ ਸੀਗਾ ਅਤੇ ਕਹਿੰਦੇ ਵੀ ਉਸ ਦੀਆਂ ਕੁਛ ਗਲਤੀਆਂ ਨੂੰ ਦੇਖਦੇ ਹੋਏ ਅਤੇ ਮਹਾਂਪੁਰਖ ਕਹਿਣ ਲੱਗੇ ਵੀ ਅਸੀਂ ਉਸ ਨੂੰ ਇਹ ਕਹਿਤਾ ਵੀ ਤੂੰ ਇਸ ਤਰ੍ਹਾਂ ਕਰ, ਇਹ ਸੇਵਾ ਛੱਡ ਤੇ ਤਾਂ ਘਰ ਚਲਿਆ ਜਾ। ਕਿੰਨੇ ਚਿਰ ਇੰਨੀ ਗੱਲ ਹੋਈ ਆ ਅਤੇ ਉਹ ਜਿਹੜਾ ਪ੍ਰੇਮੀ ਸੇਵਾ ਕਰਦਾ ਸੀਗਾ ਉਹਨੇ ਜਾ ਕੇ ਕਹਿੰਦੇ ਵੀ ਜਿਹੜੀ ਮੇਰੀ ਗੱਲ ਸੀਗੀ ਘਰ ਜਾਣ ਦੀ, ਇਹ ਵੱਡੇ ਮਹਾਤਮਾ ਦੇ ਨਾਲ ਸਾਂਝੀ ਕੀਤੀ। ਜਦੋਂ ਕਹਿੰਦੇ ਸਾਡੇ ਵੱਡੇ ਮਹਾਂਪੁਰਖਾਂ ਦੇ ਨਾਲ ਸਾਂਝੀ ਕੀਤੀ ਤਾਂ ਵੱਡੇ ਮਹਾਂਪੁਰਖਾਂ ਨੇ ਕਹਿੰਦੇ ਸਾਨੂੰ ਆਪਣੇ ਪਾਸ ਬੁਲਾਇਆ। ਮੈਨੂੰ ਕਹਿਣ ਲੱਗੇ ਵੀ ਈਸ਼ਾ ਸਿੰਘ, ਤੂੰ ਉਸ ਪ੍ਰੇਮੀ ਨੂੰ ਕੀ ਆਖਿਆ ਹੈਗਾ ਕਿ ਸੇਵਾ ਛੱਡ ਕੇ ਘਰ ਚਲਿਆ ਜਾ। ਕਹਿੰਦੇ ਕਿ ਮੈਂ ਉਹਨੂੰ ਆਖਿਆ ਵੀ ਹਾਂ, ਮੈਂ ਕਿਹਾ ਤਾਂ ਇਸ ਤਰ੍ਹਾਂ ਹੀ ਹੈਗਾ। ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖੋ, ਕਿਸੇ ਨੂੰ ਸੇਵਾ ਦੇ ਵਿੱਚੋਂ ਕੱਢ ਦੇਣਾ, ਸੇਵਾ ਦੇ ਵਿੱਚੋਂ ਨਿਕਾਲ ਦੇਣਾ, ਇਹ ਇਸ ਤਰ੍ਹਾਂ ਹੈਗੇ ਜਿਵੇਂ ਆਪਣੇ ਜਿਹੜੀ ਘਰ ਦੀ ਗਾਂ ਹੈਗੀ ਆ ਉਹ ਕਿਸੇ ਬੁੱਚੜਾਂ ਦੇ ਹਵਾਲੇ ਕਰ ਦੇਣੀ ਹੈ। ਜਦੋਂ ਕਹਿੰਦੇ ਸਾਨੂੰ ਮਹਾਂਪੁਰਖਾਂ ਨੇ ਇਹ ਪਹਿਲਾ ਵਚਨ ਕੀਤਾ ਅਤੇ ਫਿਰ ਮਹਾਂਪੁਰਖ ਬਾਬਾ ਈਸ਼ਾ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਇਹ ਵਚਨ ਸੁਣ ਕੇ ਚੁੱਪ ਕਰ ਗਏ ਅਤੇ ਮਨ ਵਿੱਚ ਬੜਾ ਇਸ ਚੀਜ਼ ਦਾ ਹਲੂਣਾ ਵੱਜਾ ਵੀ ਵਾਕਿਆ ਇਹ ਗੱਲ ਮਹਾਂਪੁਰਖਾਂ ਦੀ ਠੀਕ ਆ। ਅਤੇ ਫਿਰ ਕਹਿੰਦੇ ਦੂਸਰਾ ਵਚਨ ਸਾਨੂੰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਵੀ ਦੇਖ ਭਾਈ, ਅਗਰ ਕਿਸੇ ਨੂੰ ਸੇਵਾ ਦੇ ਵਿੱਚ ਜੋੜ ਦੇਣਾ ਅਤੇ ਇਹ ਜਿਹੜਾ ਕਿਸੇ ਨੂੰ ਸੇਵਾ ਦੇ ਵਿੱਚ ਜੋੜਨਾ ਹੈ ਨਾ, ਆਪਣੇ ਨਾਲ ਮਿਲਾਉਣਾ ਹੈਗਾ, ਇਹ ਇਸ ਤਰ੍ਹਾਂ ਹੈਗਾ ਜਿਵੇਂ ਕਿਸੇ ਬੁੱਚੜਾਂ ਦੇ ਕੋਲੋਂ ਕਿਸੇ ਗਾਂ ਨੂੰ ਛੁਡਾ ਲੈਣਾ ਹੈਗਾ। ਜਦੋਂ ਕਹਿੰਦੇ ਸਾਨੂੰ ਮਹਾਂਪੁਰਖਾਂ ਨੇ ਇਸ ਤਰ੍ਹਾਂ ਇਹ ਵਚਨ ਜਿਹੜਾ ਸੀ ਸਮਝਾਇਆ ਸੀਗਾ, ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਅੱਜ ਤੱਕ ਇਹ ਅਸੂਲ ਬਣਾ ਲਿਆ ਵੀ ਕੋਈ ਵੀ ਜਿਹੜਾ ਪ੍ਰਾਣੀ ਹੈਗਾ ਕਿਸੇ ਨੂੰ ਸੇਵਾ ਦੇ ਵਿੱਚ ਟੋਕਣਾ ਨਹੀਂ ਆ। ਅਗਰ ਕਿਸੇ ਨੇ ਜਾਣਾ ਵੀ ਹੈ ਤਾਂ ਬਸ ਇੰਨੀ ਗੱਲ ਹੀ ਆਖਣੀ ਕਿ ਭਾਈ ਤੇਰੀ ਮਰਜ਼ੀ ਹੈ, ਅਗਰ ਤੇਰਾ ਚਿੱਤ ਕਰਦਾ ਹੈ ਤਾਂ ਸੇਵਾ ਛੱਡ ਕੇ ਜਾ ਸਕਦਾ, ਅਗਰ ਤੇਰਾ ਨਹੀਂ ਚਿੱਤ ਕਰਦਾ ਤੁਸੀਂ ਸੇਵਾ 'ਚ ਰਹੂੰਗਾ ਅਤੇ ਗੁਰੂ ਦੀ ਪ੍ਰਸੰਨਤਾ ਵੀ ਹਾਸਲ ਕਰੂੰਗਾ।
ਸੋ ਇਸ ਤਰ੍ਹਾਂ ਇੱਕ ਵਾਰੀ ਮਹਾਂਪੁਰਖ ਦੱਸਦੇ ਸੀਗੇ ਬਾਬਾ ਸ਼ੀਸ਼ਾ ਸਿੰਘ ਜੀ ਕਿ ਇੱਕ ਵਾਰੀ ਕੁਛ ਪ੍ਰੇਮੀ ਜਿਹੜੇ ਉਹ ਬਾਹਰੋਂ ਆਏ, ਕਹਿੰਦੇ ਉਹ ਜਦ ਹਜ਼ੂਰ ਸਾਹਿਬ ਦਰਸ਼ਨ ਕਰਨ ਵਾਸਤੇ ਸਾਨੂੰ ਕਹਿਣ ਲੱਗੇ ਮਹਾਂਪੁਰਖੋ ਬਾਕੀ ਜਿੰਨੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਗੱਡੀ ਚਾਹੀਦੀ ਆ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਅਸੀਂ ਕਹਿੰਦੇ ਉਹਨਾਂ ਪ੍ਰੇਮੀਆਂ ਨੂੰ ਆਖਿਆ ਵੀ ਗੱਡੀ ਦੀ ਤਾਂ ਕੋਈ ਗੱਲ ਨਹੀਂ, ਗੱਡੀ ਤਾਂ ਤੁਹਾਨੂੰ ਜ਼ਰੂਰ ਮਿਲ ਜਾਊਗੀ, ਪਰ ਮੈਨੂੰ ਇਹ ਦੱਸੋ ਵੀ ਤੁਸੀਂ ਦਰਸ਼ਨ ਕਰਕੇ ਕਰੋਗੇ ਕੀ। ਜਦ ਕਹਿੰਦੇ ਇੰਨੀ ਗੱਲ ਹੋਈ, ਉਹ ਜਿਹੜੇ ਸਾਰੇ ਪ੍ਰੇਮੀ ਸੀ ਬਾਹਰੋਂ ਆਏ ਸੀ ਕਹਿੰਦੇ ਸਾਡੇ ਵੱਲ ਦੇਖਣ ਲੱਗ ਪਏ, ਸਾਨੂੰ ਕਹਿਣ ਲੱਗੇ ਕਿ ਮਹਾਂਪੁਰਖ ਕਿਸੇ ਸਮਝੇ ਨਹੀਂ। ਤਾਂ ਫਿਰ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਦੇਖੋ ਭਾਈ ਤੁਸੀਂ ਐਡੀ ਦੂਰ ਦਰਸ਼ਨ ਕਰਨ ਆਏ ਆ, ਔਰ ਇਸ ਦਰਸ਼ਨਾਂ ਦਾ ਫਲ ਇਹ ਹੋਣਾ ਚਾਹੀਦਾ ਵੀ ਤੁਹਾਡੇ ਅੰਦਰ ਸਿੱਖੀ ਦੇ ਪ੍ਰਤੀ ਜਿਹੜੀ ਲਗਨ ਹੈਗੀ ਆ ਜਾਂ ਜੋ ਸਿੱਖੀ ਦੇ ਅਸੂਲ ਆ ਮਰਜ਼ਾਦਾ ਹੈਗੀ ਉਹ ਅੰਦਰ ਜਾਗਣੀ ਚਾਹੀਦੀ ਆ। ਪਰ ਨਾ ਤਾਂ ਤੁਸੀਂ ਕੇਸ ਰੱਖੇ ਆ ਨਾ ਦਾੜੇ ਰੱਖੇ ਆ, ਇਸ ਤਰ੍ਹਾਂ ਹੀ ਤੁਸੀਂ ਆਪਣਾ ਜਿਹੜਾ ਸਰੂਪ ਹੈਗਾ ਸਿੱਖੀ ਤੋਂ ਪਤਿਤ ਕਰਕੇ ਤੁਸੀਂ ਗੁਰਧਾਮਾਂ ਦੀ ਦਰਸ਼ਨ ਕਰਨ ਵਾਸਤੇ ਆਏ ਆ। ਤਾਂ ਫਿਰ ਦੇਖੋ ਇਸ ਤਾਂ ਪਤਿਤ ਸਰੂਪ ਦੇ ਵਿੱਚ ਦਰਸ਼ਨ ਕਰਨ ਦੇ ਨਾਲ ਕਲਗੀਧਰ ਮਹਾਰਾਜ ਦੀ ਖੁਸ਼ੀ ਤੁਹਾਨੂੰ ਨਹੀਂ ਮਿਲ ਸਕਦੀ। ਜਦੋਂ ਬਾਬਾ ਸ਼ੀਸ਼ਾ ਸਿੰਘ ਉਹਨਾਂ ਨੇ ਇਹ ਬਚਨ ਆਖੇ ਸੀਗੇ ਤਾਂ ਉਹ ਪ੍ਰੇਮੀਆਂ ਦੇ ਜਿਹੜੀ ਗੱਲ ਸੀਗੀ ਮਹਾਂਪੁਰਖਾਂ ਦੀ ਉਹਨਾਂ ਨੇ ਲੜ ਬੰਨ੍ਹ ਲਈ ਅਤੇ ਮਹਾਂਪੁਰਖ ਨੂੰ ਆਖਣ ਲੱਗੇ ਕਿ ਅਸੀਂ ਅੱਜ ਤੋਂ ਬਾਅਦ ਤੁਹਾਡੇ ਨਾਲ ਇਹ ਪ੍ਰਣ ਕਰਦੇ ਹਾਂ ਕਿ ਕਮ ਸੇ ਕਮ ਹੋਰ ਨਹੀਂ ਤਾਂ ਅਸੀਂ ਹੈ ਨਾ ਸਿੱਖੀ ਸਰੂਪ ਦੇ ਵਿੱਚ ਪੂਰੀ ਤਰ੍ਹਾਂ ਪਹਿਰਾ ਦੇਵਾਂਗੇ, ਤਾਂ ਅਸੀਂ ਅੱਜ ਤੋਂ ਬਾਅਦ ਆਪਣੇ ਕੇਸ ਜਿਹੜੇ ਕਦੀ ਕਤਲ ਨਹੀਂ ਕਰਾਵਾਂਗੇ, ਦਸਤਾਰ ਸਜਾਵਾਂਗੇ। ਇਸ ਤਰ੍ਹਾਂ ਕਹਿੰਦੇ ਵੀ ਜਦੋਂ ਉਹਨਾਂ ਪਰਿਵਾਰਾਂ ਨੇ ਸਾਨੂੰ ਇਸ ਤਰ੍ਹਾਂ ਆਪਣਾ ਭਰੋਸਾ ਜਤਾਇਆ ਸੀਗਾ, ਫਿਰ ਕਹਿੰਦੇ ਅਸੀਂ ਪ੍ਰੇਮੀ ਨੂੰ ਆਖਿਆ ਕਿ ਭਾਈ ਹੁਣ ਤੁਸੀਂ ਜਕਾਰੇ ਲਾਵੋ। ਇਹ ਪ੍ਰੇਮੀ ਜਿਹੜੇ ਆ ਹੁਣ ਕਲਗੀਧਰ ਮਹਾਰਾਜ ਦੀ ਫੌਜ ਦੇ ਵਿੱਚ ਆਪਣੀ ਪ੍ਰਸੰਨਤਾ ਆਪਣੀ ਸੇਵਾ ਜਿਹੜੀ ਆ ਜ਼ਰੂਰ ਦਸ਼ਮੇਸ਼ ਜੀ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਨਗੇ। ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਉਹਨਾਂ ਨੂੰ ਜਿਹੜੀ ਸੀ ਉਹ ਕਾਰ ਸੇਵਾ ਦੀ ਗੱਡੀ ਦਿੱਤੀ ਅਤੇ ਬਾਕੀ ਗੁਰਧਾਮਾਂ ਦੇ ਦਰਸ਼ਨ ਕਰਾਏ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖ ਜਿੱਥੇ ਸੇਵਾ ਕਰਦੇ ਆ ਉੱਥੇ ਨਾਲ ਨਾਲ ਆਈਆਂ ਸੰਗਤਾਂ ਨੂੰ ਵੀ ਪ੍ਰੇਰਦੇ ਰਹਿੰਦੇ ਆ, ਤਾਂ ਜੋ ਜਿਹੜੀਆਂ ਸੰਗਤਾਂ ਹੈਗੀਆਂ ਹਨ ਉਹ ਸਿੱਖੀ ਸੇਵਕੀ ਦੇ ਵਿੱਚ ਪੂਰੀ ਤਰ੍ਹਾਂ ਪ੍ਰਪੱਕ ਹੋ ਜਾਣ। ਔਰ ਮਹਾਂਪੁਰਖਾਂ ਦੇ ਖਾਸ ਕਰਕੇ ਧੰਨ ਧੰਨ ਬਾਬਾ ਸ਼ੀਸ਼ਾ ਸਿੰਘ ਉਹਨਾਂ ਦੇ ਬਚਨਾਂ ਦੇ ਵਿੱਚ ਅਕਾਲ ਪੁਰਖ ਆਪ ਵਸਦਾ ਹੈਗਾ, ਕਿਉਂਕਿ ਜੋ ਵੀ ਉਹ ਬਚਨ ਕਰਦੇ ਹਨ ਉਹ ਬਚਨ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਜਗਿਆਸੂ ਨੂੰ ਪਤਾ ਲੱਗਦਾ ਕਿ ਕਿਵੇਂ ਸੱਤ ਭਾਸਦਾ ਹੈਗਾ, ਉਹ ਬਚਨ ਕਿਵੇਂ ਸੱਤ ਹੋ ਜਾਂਦਾ। ਬੜੀ ਹੈਰਾਨੀ ਦੀ ਗੱਲ ਹੈ, ਕਿਉਂਕਿ ਪ੍ਰਭ ਜੀ ਵਸੇ ਸਾਧ ਕੇ ਰਸਨਾ, ਕਿ ਜਿਹੜਾ ਪਰਮਾਤਮਾ ਹੈਗਾ ਉਹ ਮਹਾਂਪੁਰਖਾਂ ਦੀ ਰਸਨਾ 'ਤੇ ਵਸਦਾ। ਮਹਾਂਪੁਰਖ ਉਹ ਹੀ ਆ ਜਿਨ੍ਹਾਂ ਨੇ ਕਲਗੀਧਰ ਮਹਾਰਾਜ ਦੀ ਪ੍ਰਸੰਨਤਾ ਜਿਹੜੀ ਆ ਉਹ ਪੂਰਨ ਤੌਰ 'ਤੇ ਹਾਸਲ ਕਰ ਲਈ ਆ। ਇੱਕ ਵਾਰੀ ਇੱਥੋਂ ਪੰਜਾਬ ਦੇ ਜਿਹੜਾ ਸੀਗਾ ਇੱਕ ਪ੍ਰੇਮੀ ਆਪਣੇ ਜਿਹੜੇ ਕੁਛ ਹੋਰ ਪ੍ਰੇਮੀਆਂ ਸੰਗਤਾਂ ਦੇ ਨਾਲ ਜਦ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ ਸੀ, ਉਹ ਪ੍ਰੇਮੀ ਜਿਹੜੇ ਸੀ ਮਹਾਂਪੁਰਖਾਂ ਦੱਸਦੇ ਸੀਗੇ ਕਿ ਅਸੀਂ ਧੰਨ ਧੰਨ ਬਾਬਾ ਸ਼ੀਸ਼ਾ ਸਿੰਘ ਉਹਨਾਂ ਦੀ ਬੜੀ ਮਹਿਮਾ ਹਜ਼ੂਰ ਸਾਹਿਬ ਸੁਣੀ ਸੀ। ਕਹਿੰਦੇ ਅਚਨਚੇਤ ਸਾਨੂੰ ਉਹਨਾਂ ਦੇ ਜਦ ਲੰਗਰ ਹਾਲ 'ਚ ਦਰਸ਼ਨ ਹੋਏ ਤਾਂ ਫਿਰ ਉਹ ਪ੍ਰੇਮੀ ਕਹਿਣ ਲੱਗੀ ਕਿ ਮੈਂ ਦੌੜ ਕੇ ਜਾ ਕੇ ਮਹਾਂਪੁਰਖਾਂ ਨੂੰ ਮੱਥਾ ਟੇਕਦਾ। ਜਦੋਂ ਕਹਿੰਦੇ ਅਸੀਂ ਬਾਬਾ ਸ਼ੀਸ਼ਾ ਸਿੰਘ ਉਹਨਾਂ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਕਹਿੰਦੇ ਸਾਡੇ ਵੱਲ ਦੇਖਿਆ ਅਤੇ ਮੈਨੂੰ ਕਹਿਣ ਲੱਗੇ ਪ੍ਰੇਮੀ ਇਹ ਕਿ ਤੂੰ ਕੀ ਕੀਤਾ ਹੈਗਾ, ਤੂੰ ਸਾਨੂੰ ਮੱਥਾ ਕਿਉਂ ਟੇਕਿਆ ਹੈਗਾ? ਅਗਰ ਤੂੰ ਮੱਥਾ ਟੇਕਣਾ ਸੀਗਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਸੀਗਾ, ਤੂੰ ਸਾਨੂੰ ਮੱਥਾ ਕਿਉਂ ਟੇਕਿਆ ਹੈਗਾ? ਜਦ ਇੰਨੀ ਗੱਲ ਹੋਈ ਤਾਂ ਪ੍ਰੇਮੀ ਕਹਿਣ ਲੱਗਾ ਕਿ ਮਹਾਂਪੁਰਖੋ ਮੈਂ ਤਾਂ ਆਪ ਜੀ ਨੂੰ ਸੰਤ ਰੂਪ ਕਰਕੇ ਮੱਥਾ ਟੇਕਿਆ ਸੀਗਾ, ਪਰ ਅਗਰ ਤੁਸੀਂ ਮੇਰਾ ਮੱਥਾ ਟੇਕਣ ਤੋਂ ਨਾਰਾਜ਼ ਹੈ ਤਾਂ ਫਿਰ ਸਮਝ ਲਓ ਕਿ ਮੇਰੇ ਤੋਂ ਗਲਤੀ ਹੋ ਗਈ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਭਾਈ ਗਲਤੀ ਤਾਂ ਤੇਰੇ ਤੋਂ ਜ਼ਰੂਰ ਹੋਈ ਹੈ, ਤੂੰ ਸਾਨੂੰ ਮੱਥਾ ਟੇਕਿਆ ਹੈਗਾ, ਪਰ ਇਸ ਗਲਤੀ ਨੂੰ ਗਲਤੀ ਕਹਿਣ ਦੇ ਨਾਲ ਇਹਦਾ ਕੋਈ ਹੱਲ ਨਹੀਂ ਆ, ਇਸ ਕਰਕੇ ਤੈਨੂੰ ਗਲਤੀ ਦੀ ਸਜ਼ਾ ਤਾਂ ਮਿਲਣੀ ਚਾਹੀਦੀ ਆ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਅਸੀਂ ਹੱਥ ਜੋੜ ਕੇ ਮਹਾਂਪੁਰਖਾਂ ਦੇ ਅੱਗੇ ਖੜ੍ਹ ਗਏ ਅਤੇ ਬਾਬਾ ਸ਼ੀਸ਼ਾ ਸਿੰਘ ਨੂੰ ਆਖਿਆ ਕਿ ਦੱਸੋ ਜੋ ਤੁਸੀਂ ਮੈਨੂੰ ਸੇਵਾ ਦੋਗੇ, ਜੋ ਵੀ ਗਲਤੀ ਦੀ ਮੈਨੂੰ ਮਨਜ਼ੂਰ ਹੈ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਆਖਣ ਲੱਗੇ ਕਹਿੰਦੇ ਭਾਈ ਹੁਣ ਤੂੰ ਇਸ ਤਰ੍ਹਾਂ ਕਰ, ਉਹ ਸਾਹਮਣੇ ਜਿਹੜੀ ਕਾਰ ਸੇਵਾ ਚੱਲਦੀ ਹੈਗੀ ਹੈ ਨਵੀਂ ਬਿਲਡਿੰਗ ਦੀ, ਉੱਥੇ ਜਾ ਕੇ ਤੂੰ 1 ਮਹੀਨਾ ਹੈ ਨਾ ਟੋਕਰੀ ਢੋ। ਜਦ ਕਹਿੰਦੇ ਵੀ ਉਹਨੇ ਟੋਕਰੀ ਦੀ ਸਾਡੇ ਨਾਲ ਗੱਲ ਕੀਤੀ ਤਾਂ ਫਿਰ ਉਹ ਪ੍ਰੇਮੀ ਜਿਹੜੇ ਪੰਜਾਬ ਦੇ ਰਹਿਣ ਵਾਲੇ ਸੀਗੇ ਕਹਿਣ ਲੱਗੇ ਕਹਿੰਦੇ ਵੀ ਅਸੀਂ ਉਸੇ ਟਾਈਮ ਇਹ ਮੌਕਾ ਵਧੀਆ ਦੇਖ ਕੇ ਮਹਾਂਪੁਰਖਾਂ ਦੇ ਅੱਗੇ ਹੱਥ ਜੋੜ ਕੇ ਖੜ੍ਹ ਗਏ ਤਾਂ ਅਸੀਂ ਮਹਾਂਪੁਰਖਾਂ ਨੂੰ ਆਖਿਆ ਜੀ 1 ਮਹੀਨੇ ਦੀ ਸੇਵਾ ਦੀ ਤਾਂ ਕੋਈ ਗੱਲ ਨਹੀਂ ਹੈ, ਸੇਵਾ ਤਾਂ ਤੁਸੀਂ ਮੇਰੇ ਤੋਂ ਚਾਹੇ 2 ਮਹੀਨੇ ਕਰਾ ਲਓ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪ ਜੀ ਨੂੰ। ਜਦੋਂ ਕਹਿੰਦੇ ਇੰਨੀ ਗੱਲ ਹੋਈ ਤਾਂ ਬਾਬਾ ਸ਼ੀਸ਼ਾ ਸਿੰਘ ਜੀ ਕਹਿਣ ਲੱਗੇ ਵੀ ਭਾਈ ਹਾਂ ਦੱਸ ਕੀ ਗੱਲ ਕਹਿਣੀ ਆ? ਅਤੇ ਕਹਿੰਦੇ ਵੀ ਮੈਂ ਉਸੇ ਟਾਈਮ ਮੇਰੇ 2 ਲੜਕੇ ਵੀ ਜਿਹੜੇ ਨਾਲ ਹਜ਼ੂਰ ਸਾਹਿਬ ਮੱਥਾ ਟੇਕਣ ਗਏ ਸੀ ਉਹਨਾਂ ਟਾਈਮਾਂ 'ਚ, ਅਤੇ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ ਆ ਮੇਰੇ 2 ਲੜਕੇ ਬੇਟੇ ਹੈਗੇ ਆ ਅਤੇ ਇਹਨਾਂ ਨੇ ਦੋਨਾਂ ਨੇ ਮੈਟਰਿਕ ਕੀਤੀ ਆ, ਪਰ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲ ਰਹੀ, ਇਸ ਕਰਕੇ ਤੁਸੀਂ ਕਿਰਪਾ ਕਰੋ ਕਿ ਇਹਨਾਂ ਨੂੰ ਸਰਕਾਰੀ ਨੌਕਰੀ ਦਿਵਾ ਦਿਓ ਅਤੇ ਮੈਂ ਸੇਵਾ ਕਰ ਲੈਂਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਬਾਬਾ ਸ਼ੀਸ਼ਾ ਸਿੰਘ ਜਿਹੜੇ ਸੀ ਮੇਰੀ ਗੱਲ ਸੁਣ ਕੇ ਖੜਖੜਾ ਕੇ ਹੱਸ ਕੇ ਕਹਿਣ ਲੱਗੇ ਕਹਿੰਦੇ ਲੱਗਦਾ ਤੂੰ ਬਾਣੀਆਂ ਲੱਗਦਾ ਹੈਗਾ, ਬਾਣੀਆਂ ਦਾ ਕੰਮ ਕਰਦਾ ਹੈਗਾ। ਫਿਰ ਉਹ ਪ੍ਰੇਮੀ ਕਹਿਣ ਲੱਗਾ ਜੀ ਮੈਂ ਬਾਣੀਆਂ ਦਾ ਕੰਮ ਤਾਂ ਨਹੀਂ ਕਰਦਾ, ਅਸਲ ਦੇ ਵਿੱਚ ਮੈਂ ਜ਼ਿਮੀਂਦਾਰ ਹੈਗਾ, ਪਰ ਥੋੜ੍ਹੀ ਜ਼ਮੀਨ ਇੰਨੀ ਵੀ ਨਹੀਂ, ਥੋੜ੍ਹੀ ਬਹੁਤੀ ਜ਼ਮੀਨ ਹੈਗੀ ਆ, ਇਸ ਕਰਕੇ ਘਰ ਦਾ ਗੁਜ਼ਾਰਾ ਜਿਹੜਾ ਖਾਣ ਪੀਣ ਜੋਗਾ ਹੀ ਚੱਲਦਾ।
जद इन्नी गल हुई तो बाबा जी कहते फिर मैनू कहन लगे चलो कोई गल नहीं, तुसी इस तरह करो, तुसी तिन्ने जाने जिहड़े है वो 1 महीना इत्थे टोकरी ढोण दी सेवा करो तो मालक भली करूगा। कहते जदों इन्नी गल होई तो उस प्रेमी कहन लगे कि मैं तो मेरे दोने लड़के जिहड़े सी उस टाइम असी कार सेवा वल जिधर चलदी सी उधर चले गए। तो कहते भी असी उत्थे है ना फिर टोकरी ढोनी शुरू कर दी। जब टोकरी ढोण की सेवा करनी शुरू कर दी, जब 1 महीना होया तो फिर प्रेमी कहन लगा कि मैं जिहड़े अपने 2 लड़के सी मैं उन्होंने कहता, मैं कहा देखो महापुरख ने वचन किया सीगा कि 1 महीना सेवा करो, इस करके कहते भी 1 महीने की सेवा पूरी हो गई है। तो मैं अपने बच्चों को आख्या भी इस तरह करो, तुसीं हुण गड्डी फड़ो तो पंजाब घर चले जाओ, पर मैं महापुरख ने वचन किया कि मैं 2 महीने टोकरी ढोऊँगा, इस करके मैं 1 महीने बाद आउंदा हैगा तो तुसीं गड्डी फड़ के है ना तुसीं अपने पिंड पहुँच जाओ। कहते फिर इस तरह होया, मेरे जिहड़े लड़के सीगे उन्होंने कहते मैं गड्डी की टिकट दवा के तो उन्होंने पंजाब तोर दिता। तो फिर आप कहते भी होर 1 महीना जी सेवा वास्ते हजूर साहब रुक गया। जब कहते 1 महीना हजूर साहब सेवा वास्ते रुकिया तो इस तरह सेवा करते करते कहते भी वो जो महीना सीगा वो भी गुजर गया। उस तो बाद 2 महीने सेवा की जो मैं मन दे विच शरधा धारी सी जब वो पूरी हो गई, उस तो बाद कहते मैं भी पंजाब जाने की तैयारी फड़ लई। तो बाबा शीशा सिंह जी तो होर संगतां तो कहते मैं विद्या लैके तो जद कहते फिर मैं गड्डी फड़ के पंजाब पहुँचा। उस तो बाद कहते सीधा मैं घर आ गया। जद घर आया तो कहते घर आ गए, कहते भी मैं घर आके बैठा, घर वाली ने मेरी मैनू कहते भी चाह पानी छकाया। जद कहते भी रोटी बनाउण लगी तो कहते मैं उसनूं पुछा भी ये बच्चे नहीं दिसदे किधर गए आ। कहते मैं ऐसा सोचा भी शायद वो खेतों वालों काम करन गए होण। तो कहते मेरी घर वाली कहती कोई नहीं मैं तुहानूं दसदी हाँ, तुसीं पहलां प्रसादा पानी छको। फिर सरदार जी कहन लगे कि जदों मैं प्रसादा पानी छकिया तो घर वाली ने कहते भी मिठी चीज़ लिया के मेरे अगे की, तो मैनू कहन लगे लो सरदार जी तुहानूं मुबारकां हो गई। कहते इन्नी गल हुई, मैं घर वाली पूछा भी काहदियां मुबारकां हो गई। तो मेरी घर वाली कहन लगी लो कहती पिछले महीने जिहड़ी सी पंजाब पुलिस की भर्ती निकली सी तो अपने दोने जिहड़े बेटे सीगे पंजाब पुलिस की भर्ती वास्ते कहती जद उत्थे गए सीगे तो कहती भी ऐसा कोई चमत्कार होया हैगा, इस सेवा का ही चमत्कार हैगा ढाडी भी तुसीं हजूर साहब सेवा करके आए हैं तो अपने दोने लड़के जिहड़े पंजाब पुलिस में भर्ती हो गए। जद कहते इन्नी गल हुई मैं हैरान हो गया। तो उस टाइम मैनू धन धन बाबा शीशा सिंह हुणां दे वचन याद आ गए कि उन्होंने मैनू आख्या सीगा कि तुसीं इस तरह करो, तिन्ने जी रल के 1 महीना टोकरी ढोवो तो रब भली करूगा। कहते देखो 2 बेटे मेरे तो मैं कल्ला, कहते असीं तिन्नां ने 1 महीना टोकरी ढोण दी जिहड़ी सेवा असीं हजूर साहब कीती आ। उस तो बाद कहते बच्चे तो मैं भेज दिते सी पंजाब, पर देखो ऐसी खेड वाहिगुरू ने रचाई आ कि उधर पंजाब पुलिस की भर्ती निकली तो मेरे दिन जिहड़े दोने बच्चे से कि पंजाब पुलिस च भर्ती हो गए। तो मैं 1 महीना संकल्प करके जब 2 महीने की सेवा पूरी करके आया तो कहते भी मैं हैरान हाँ। जिमें गुरबाणी का फरमान है कि सतगुरु की सेवा सफल है जे को करे चित लाए, मन चंदिया फल पावना होमे विचों जाए। कहते भी ये सतगुरु की सेवा सफल हैगी आ अगर कोई आदमी जिहड़ा हैगा चित ला के करे। पर चित लाउण तो भाव ये है कि ये महापुरखों की जिहड़ी गवाही हैगी आ ये बड़ी जरूरी हैगी आ, क्योंकि बिना गवाह तो परमेश्वर जिहड़ा हैगा वो आप सीधे तौर पर कारज रास नहीं करता। इस करके जिहड़ा वाहिगुरू जी है वो महापुरखों की रचना के उत्ते बैठा हुंदा है। तो महापुरख भी धन धन बाबा शीशा सिंह जी वर्गे हजूर साहब वाले जिन्हों ने अपना तन मन धन पंथ लई समर्पण किया होया हैगा, उन्हां दे वचनां दे सदका ही कहते भी देखो मेरा परिवार जिहड़ा हैगा अज हरेक पक्षों खुशहाल हैगा ते मेरे जिहड़े दोने बच्चे अज भी पंजाब पुलिस दे विच नौकरी कर रहे आ। सो ये सारी जिहड़ी दात हैगी है धन धन संत महापुरख बाबा शीशा सिंह दी आशीर्वाद सदका होई है। सो दस इन्ने ही वचन आप सारियां संगतां नाल साझा करदा होया खेमा दा जा चुका जी। होइयां बेअंत भुलां चुकां दी खेमा बख्शणी। सो फतेह बुलाओ। वाहिगुरू जी का खालसा वाहिगुरू जी की फतेह।